ਧੰਨ ਵਾਹਿਗੁਰੂ ਜੀਓ। ਸੋਰਠ ਘਰ ਤੀਜਾ। ਅਣਮੜਿਆ ਮੰਦਲ ਬਾਜੈ, ਬਿਨ ਸਾਵਣ ਘਨਹਰ ਗਾਜੈ। ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰੈ ਕੋਈ। ਮੋਹ ਕਉ ਮਿਲਿਓ ਰਾਮ ਸਨੇਹੀ, ਜਿਹ ਮਿਲੈ ਦੇਹ ਸੁਦੇਹੀ। ਰਹਾਉ ਮਿਲ ਪਾਰਸ ਕੰਚਨ ਹੋਇਆ, ਮੁਖ ਮਨਸਾ ਰਤਨ ਪਰੋਇਆ। ਨਿਜ ਭਾਉ ਭਇਆ ਬ੍ਰਹਮ ਭਾਗਾ, ਗੁਰ ਪੂਛੇ ਮਨ ਪਤੀ ਆਗਾ। ਜਲ ਭੀਤਰ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ। ਗੁਰ ਚੀਲੇ ਹੈ ਮਨ ਮਾਨਿਆ, ਜਨ ਨਾਮੈ ਤਤ ਪਛਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ੇ ਹਨ। ਬੜੇ ਪ੍ਰੇਮ ਸਹਿਤ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਸਰਵਣ ਕੀਤੇ ਨੇ। ਉਪਰੰਤ ਆਪ ਜੀ ਨੇ ਭਗਤ ਨਾਮਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 657 ਉੱਪਰ ਸੁਭਾਇਮਾਨ ਹੈ। ਸੋਰਠ ਰਾਗ ਦੇ ਵਿੱਚ ਇਹ ਤੀਸਰਾ ਸ਼ਬਦ ਭਗਤ ਨਾਮਦੇਵ ਸਾਹਿਬ ਦਾ ਹੈ, ਔਰ ਇਸ ਰਾਗ ਦੇ ਅੰਦਰ ਕੁੱਲ 3 ਸ਼ਬਦ ਹੀ ਭਗਤ ਜੀ ਦੇ ਦਰਜ ਹਨ। ਸ਼ਬਦ ਦਾ ਸੰਖੇਪ ਸਿਰਲੇਖ ਹੈ ਸੋਰਠ ਘਰ ਤੀਜਾ। ਸੋਰਠ ਰਾਗ ਦੇ ਵਿੱਚ ਸੁਰ ਤਾਲ ਨਾਲ ਸੰਬੰਧਿਤ ਇਸ ਨੂੰ ਤੀਜੇ ਘਰ ਵਿੱਚ ਗਾਇਆ ਜਾਣਾ ਹੈ। ਸ਼ਬਦ ਦਾ ਰਹਾਉ ਵਾਲਾ ਬੰਦ ਹੈ। ਰਹਾਉ ਤੋਂ ਭਾਵ ਹੁੰਦਾ ਹੈ ਠਹਿਰੋ, ਰੁਕੋ, ਵਿਚਾਰ ਕਰੋ। ਭਾਵ ਜੋ ਸ਼ਬਦ ਦਾ ਸੈਂਟਰਲ ਆਈਡੀਆ ਹੈ, ਜੋ ਤਤ ਭਾਵ ਹੈ, ਉਹ ਰਹਾਉ ਦੇ ਬੰਦ ਵਿੱਚ ਦਰਜ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਹੁਤੇ ਸ਼ਬਦਾਂ ਵਿੱਚ ਅਤੇ ਕੁਝ ਵਿਸ਼ੇਸ਼ ਲੰਮੇਰੀਆਂ ਬਾਣੀਆਂ ਵਿੱਚ ਰਹਾਉ ਦਾ ਬੰਦ ਹੈ। ਕੁਝ ਕੁ ਸ਼ਬਦ ਐਸੇ ਹਨ ਜਿਨ੍ਹਾਂ ਵਿੱਚ 1 ਤੋਂ ਵਧੇਕ 2, 3 ਜਾਂ 4 ਤੱਕ ਵੀ ਰਹਾਉ ਦੇ ਬੰਦ ਆਉਂਦੇ ਹਨ। ਕੁਝ ਕੁ ਐਸੇ ਗਿਣਤੀ ਦੇ ਸ਼ਬਦ ਹਨ ਜਿਨ੍ਹਾਂ ਵਿੱਚ ਰਹਾਉ ਦਾ ਬੰਦ ਦਰਜ ਨਹੀਂ ਹੈ। ਤੋ ਸਤਿਗੁਰੂ ਦੀ ਪਾਵਨ ਬਾਣੀ ਦੇ ਅੰਦਰ ਇਸ ਸ਼ਬਦ ਅੰਦਰ ਆਪ ਜੀ ਨੇ ਜੋ ਰਹਾਉ ਦਾ ਬੰਦ ਪਾਠ ਰੂਪ ਵਿੱਚ ਸੁਣਿਆ ਹੈ, ਮੋਹ ਕਉ ਮਿਲਿਓ ਰਾਮ ਸਨੇਹੀ। ਮੈਨੂੰ ਮਿਲ ਗਿਆ ਹੈ ਪਿਆਰਾ ਸਰਵ ਵਿਆਪਕ ਪਰਮੇਸ਼ਰ, ਜੋ ਸਭਨਾਂ ਨੂੰ ਪ੍ਰੇਮ ਕਰਨ ਵਾਲਾ ਹੈ। ਜਾਂ ਇਉਂ ਕਹਿ ਲਓ ਕਿ ਜੋ ਪ੍ਰੇਮ ਸਰੂਪ ਹੈ। ਸਤਿਗੁਰੂ ਦੀ, ਗੁਰੂ ਨਾਨਕ ਸਾਹਿਬ ਜੀ ਦੀ ਆਪਾਂ ਰਚਨਾਤਮਕ ਸਿਰਜੀ ਹੋਈ, ਉਚਾਰਨ ਕੀਤੀ ਹੋਈ ਪਹਿਲੀ ਬਾਣੀ ਪੜ੍ਹਦੇ ਹਾਂ, ਜਪ ਸਾਹਿਬ, ਜਿਸ ਨੂੰ ਆਪਾਂ ਅਦਬ ਨਾਲ ਜਪ ਜੀ ਸਾਹਿਬ ਆਖਦੇ ਹਾਂ। ਇਸ ਵਿੱਚ ਹਜ਼ੂਰ ਨੇ ਇੱਕ ਵਾਕ ਉਚਾਰਨ ਕੀਤਾ ਹੈ,
ਸਾਚਾ ਸਾਹਿਬ ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ। ਸਾਚ ਨਾਏ ਉਸ ਦਾ ਨਿਆਂ ਅਦਲ ਵੀ ਸੱਚਾ ਹੈ। ਜਾਂ ਇਉਂ ਕਹਿ ਲਓ ਉਸ ਦਾ ਨਾਮਣਾ ਵੀ ਸਦਾ ਸੱਚਾ ਹੈ। ਉਹਦੀ ਵਡਿਆਈ ਵੀ ਉਹਦੇ ਵਾਂਗੂ ਸੱਚੀ ਹੈ। ਅੱਗੇ ਸ਼ਬਦ ਹੈ ਭਾਖਿਆ ਭਾਉ ਅਪਾਰ। ਉਸ ਦੀ ਬੋਲੀ ਕੀ ਹੈ? ਉਸ ਨੂੰ ਕਿਹੜੀ ਬੋਲੀ ਸਮਝ ਵਿੱਚ ਆਉਂਦੀ ਹੈ? ਦੁਨੀਆ ਦੇ ਅੰਦਰ ਬਹੁਤ ਲੋਕਾਂ ਨੇ ਆਪਣੀ ਆਪਣੀ ਮਾਂ ਬੋਲੀ ਨੂੰ ਹੀ ਰੱਬ ਦੀ ਬੋਲੀ ਸਾਬਤ ਕਰਨ ਦਾ ਯਤਨ ਕੀਤਾ। ਦੁਨੀਆ ਦੀਆਂ ਸਾਰੀਆਂ ਜ਼ੁਬਾਨਾਂ, ਸਾਰੀਆਂ ਲੈਂਗੁਏਜ, ਸਾਰੀਆਂ ਭਾਸ਼ਾਵਾਂ ਅਤੇ ਬੋਲੀਆਂ ਚੰਗੀਆਂ ਹਨ, ਜਿਨ੍ਹਾਂ ਰਾਹੀਂ ਮਨੁੱਖ ਆਪਣੀ ਸੱਭਿਅਤਾ ਸਿੱਖਦਾ ਹੈ, ਕਲਚਰ ਸਿੱਖਦਾ ਹੈ, ਆਪਣੇ ਮਨੋਭਾਵ ਦੂਜਿਆਂ ਨਾਲ ਸਾਂਝੇ ਕਰਨੇ ਸਿੱਖਦਾ ਹੈ, ਆਪਣੇ ਧਰਮ, ਆਪਣੀ ਤਹਿਜ਼ੀਬ ਨੂੰ, ਆਪਣੇ ਇਤਿਹਾਸ ਨੂੰ ਜਾਣਦਾ ਹੈ। ਹਰ ਇੱਕ ਬੋਲੀ ਹੀ ਸੰਸਾਰ ਦੀ ਬੇਸ਼ਕੀਮਤੀ ਹੈ। ਪਰ ਜਿਸ ਬੋਲੀ ਵਿੱਚ ਕਿਸੇ ਮਹਾਨ ਪੁਰਖ ਨੇ ਕੋਈ ਵਾਕ ਕਿਹਾ ਹੋਵੇ, ਉਹ ਬੋਲੀ ਹੋਰ ਵੀ ਮਾਣ ਤੇ ਸਨਮਾਨ ਦੀ ਅਧਿਕਾਰੀ ਹੋ ਜਾਂਦੀ ਹੈ। ਭਾਰਤ ਦੇ ਉੱਚੇ ਪੁਜਾਰੀ ਵਰਗ ਨੇ, ਜਿਹਨੂੰ ਕੁਲੀਨ ਵਰਗ ਕਿਹਾ ਜਾਂਦਾ ਹੈ, ਵਿਪਰ ਵਰਗ, ਉਸ ਦੀ ਮੁੱਖ ਬੋਲੀ ਸੀ ਸੰਸਕ੍ਰਿਤ। ਸਹਸਕ੍ਰਿਤ, ਜਿਸ ਨੂੰ ਅਸੀਂ ਕਹਿੰਦੇ ਹਾਂ ਹਜ਼ਾਰਾਂ ਕ੍ਰਿਤਾਂ ਵਾਲੀ। ਸੰਸਕ੍ਰਿਤ ਨੂੰ ਉਸ ਨੇ ਆਧਾਰ ਬਣਾਇਆ ਧਰਮ ਗ੍ਰੰਥ ਲਿਖਣ ਵਾਸਤੇ। ਤੋ ਜਿੰਨੀਆਂ ਵੀ ਪੁਰਾਣੀਆਂ ਲਿਖਤਾਂ ਨੇ, ਵੇਦ ਹੋਣ, ਸਿਮਰਤੀਆਂ ਹੋਣ, ਪੁਰਾਣ ਹੋਣ, ਉਪਨਿਸ਼ਦ ਹੋਣ, ਉਹ ਸਾਰੇ ਦੇ ਸਾਰੇ ਸੰਸਕ੍ਰਿਤ ਵਿੱਚ ਲਿਖੇ ਗਏ। ਕਿਸੇ ਵੀ ਦੇਵਤੇ ਨੂੰ, ਦੇਵੀ ਨੂੰ, ਕਿਸੇ ਵੀ ਜੋ ਉਹਨਾਂ ਦੇ ਅਵਤਾਰ ਨੇ, ਉਹਨਾਂ ਨੂੰ ਰਿਝਾਉਣ ਲਈ ਜਾਂ ਉਹਨਾਂ ਦੇ ਪ੍ਰਥਾਏ ਜਿੰਨੇ ਵੀ ਮੰਤਰ ਉਚਾਰਨ ਕੀਤੇ ਗਏ, ਉਹ ਸਾਰੇ ਦੇ ਸਾਰੇ ਸੰਸਕ੍ਰਿਤ ਵਿੱਚ ਸਨ। ਅਤੇ ਨਾਲ ਦੀ ਨਾਲ ਉਹਨੇ ਇਹ ਕੀ ਕੀਤਾ ਵੀ ਸੰਸਕ੍ਰਿਤ ਨੂੰ ਇੱਕ ਵਰਗ ਤੱਕ ਸੀਮਤ ਕਰ ਲਿਆ। ਉਹਨੇ ਕਿਹਾ ਇਹ ਭਾਸ਼ਾ, ਇਹ ਬੋਲੀ ਕੁਝ ਉੱਚੀ ਵਰਣ ਦੇ, ਉੱਚੇ ਕੁਲੀਨ ਵਰਗ ਦੇ ਲੋਕ ਹੀ ਬੋਲ ਸਕਦੇ ਨੇ। ਇਹ ਨੀਵੇਂ ਤਥਾ ਕਥਿਤ ਨੀਵੇਂ ਦਰਜੇ ਵਾਲੇ, ਜਿਨ੍ਹਾਂ ਨੂੰ ਆਪਾਂ ਜਾਤ ਪਾਤ ਦੇ ਪ੍ਰਬੰਧ 'ਚ ਮੰਨਦੇ ਹਾਂ, ਉਹ ਨਹੀਂ ਪੜ੍ਹ ਸਕਦੇ। ਆਖਿਆ ਕਿਉਂ ਨਹੀਂ ਪੜ੍ਹ ਸਕਦੇ? ਕਹਿਣ ਲੱਗੇ ਇਹ ਬੋਲੀ ਹੈ ਦੇਵਤਿਆਂ ਦੀ ਬੋਲੀ। ਦੇਵਤੇ ਜਦੋਂ ਆਪਸ ਵਿੱਚ ਗੱਲਬਾਤ ਕਰਦੇ ਨੇ ਤੇ ਇਸ ਬੋਲੀ 'ਚ ਕਰਦੇ ਨੇ। ਤੇ ਦੇਵਤਿਆਂ ਦੀ ਬੋਲੀ ਕੁਲੀਨ, ਉੱਚਾ, ਵਿਪਰ ਵਰਗ ਜਾਂ ਹੋਰ ਉੱਚੇ ਵਰਗ ਹੀ ਪੜ੍ਹਨ ਦੇ ਜਾਂ ਬੋਲਣ ਦੇ ਅਧਿਕਾਰੀ ਨੇ। ਇਸ ਨੂੰ ਤਥਾ ਕਥਿਤ ਅਛੂਤ ਲੋਕ ਬੋਲਣ ਦੇ ਅਧਿਕਾਰੀ ਨਹੀਂ। ਇਹ ਉਹਨਾਂ ਦੀ ਮਿਹਰਬਾਨੀ ਹੋਈ। ਇਹ ਬੋਲੀ ਅੱਜ ਭਾਰਤ ਵਿੱਚ ਤਕਰੀਬਨ ਖੂੰਜੇ ਲੱਗ ਗਈ, ਕਿਉਂਕਿ ਜਿਹੜੀ ਬੋਲੀ ਆਮ ਲੋਕ ਬੋਲਣਾ ਛੱਡ ਦੇਣਗੇ, ਉਹਦੇ 'ਚ ਵਰਤੋਂ ਵਿਹਾਰ ਦੇ ਸ਼ਬਦ ਨਹੀਂ ਆਉਣਗੇ, ਉਹਦੇ 'ਚ ਕਾਰੋਬਾਰ ਨਹੀਂ ਹੋਏਗਾ, ਉਹਦੇ 'ਚ ਵਪਾਰ ਨਹੀਂ ਹੋਏਗਾ, ਉਹਦੇ 'ਚ ਲੋਕ ਆਪਣੇ ਦੁੱਖ ਸੁੱਖ ਸਾਂਝੇ ਨਹੀਂ ਕਰਨਗੇ, ਉਹ ਛੁੱਟ ਜਾਏ। ਹੁਣ ਦੂਜੇ ਪਾਸੇ ਵੇਖੋ, ਉਹਨਾਂ ਨੇ ਮੁਸਲਮਾਨਾਂ ਦੀ ਬੋਲੀ ਨੂੰ, ਜਿਹੜੀ ਉਹ ਆਪਣੇ ਨਾਲ ਲਿਆਏ, ਫਾਰਸੀ, ਪਰਸ਼ੀਅਨ, ਵੈਸੇ ਉਹਨਾਂ ਦੀ ਮੂਲ ਅਰਬੀ ਹੈ, ਪਰਸ਼ੀਅਨ ਉਹ ਨਾਲ ਲਿਆਏ। ਮੁਗਲਾਂ ਦੀ ਜਿਹੜੀ ਰਾਜ ਭਾਸ਼ਾ ਸੀ ਉਹ ਫਾਰਸੀ ਸੀ। ਉਰਦੂ ਵੀ ਉਹਦੇ ਵਿੱਚੋਂ ਈਜਾਦ ਹੋਈ। ਉਰਦ ਸ਼ਬਦ ਦਾ ਮਤਲਬ ਸਿਪਾਹੀ ਹੁੰਦਾ ਹੈ। ਭਾਰਤ ਦੇ ਅੰਦਰ ਜਦੋਂ ਬਾਹਰੀ ਹਮਲਾਵਰ ਆਏ ਤੇ ਇੱਥੇ ਸਿਪਾਹੀਆਂ ਦੀ ਜਿਹੜੀ ਆਮ ਲੋਕਾਂ ਨਾਲ ਬੋਲ ਚਾਲ ਸੀ, ਉਹ ਹਿੰਦਕੀ ਤੇ ਵਿੱਚ ਫਾਰਸੀ ਦੇ ਤੇ ਹੋਰ ਸ਼ਬਦਾਂ ਦਾ ਮਿਸ਼ਰਣ ਹੋਇਆ, ਤਾਂ ਉਹ ਇੱਕ ਭਾਸ਼ਾ ਜਿਹੜੀ ਸੀ ਉਹ ਰਲੀ ਮਿਲੀ ਹੋਂਦ ਵਿੱਚ ਆਏ, ਇਹਨੂੰ ਉਰਦੂ ਕਿਹਾ ਜਾਂਦਾ ਹੈ। ਖੈਰ, ਉਹਨਾਂ ਦੀ ਬੋਲੀ ਨੂੰ, ਪਰਸ਼ੀਅਨ ਬੋਲੀ ਨੂੰ ਜਾਂ ਅਰੈਬਿਕ ਬੋਲੀ ਨੂੰ, ਅਰਬੀ ਬੋਲੀ ਨੂੰ ਭਾਰਤ ਦੇ ਕੁਲੀਨ ਵਰਗ, ਵਿਪਰ ਵਰਗ ਨੇ ਆਖਿਆ ਜੀ ਇਹ ਤਾਂ ਮਲੇਸ਼ ਭਾਸ਼ਾ ਹੈ। ਮਲੇਸ਼ ਉਹ ਮੁਸਲਮਾਨਾਂ ਨੂੰ ਕਹਿੰਦੇ ਸਨ, ਇਹ ਮਲੇਸ਼ਾਂ ਦੀ ਬੋਲੀ ਹੈ। ਅਤੇ ਉਹਨਾਂ ਦਾ ਜਿਹੜਾ ਪੁਜਾਰੀ ਵਰਗ ਸੀ, ਕਾਜ਼ੀ, ਮੁਲਾਣੇ ਵਗੈਰਾ ਵਗੈਰਾ, ਉਹ ਕਹਿੰਦੇ ਸਨ ਵੀ ਇਹ ਜਿਹੜੀ ਬੋਲੀ ਹੈ ਕਾਫਰਾਂ ਦੀ ਬੋਲੀ। ਯਾਨੀ ਕਿ ਇੱਕ ਦੂਜੇ ਦੀ ਨਫ਼ਰਤ ਜਿਹੜੀ ਸੀ ਇੱਕ ਦੂਜੇ ਦੇ ਪ੍ਰਤੀ, ਉਹ ਇੱਕ ਦੂਜੇ ਦੀ ਭਾਸ਼ਾ, ਇੱਕ ਦੂਜੇ ਦੇ ਪਹਿਰਾਵੇ, ਇੱਕ ਦੂਜੇ ਦੀ ਤਹਿਜ਼ੀਬ ਨਾਲ ਵੀ ਨਫ਼ਰਤ ਹੋਣ ਲੱਗ ਪਈ। ਤੋ ਇਹ ਵੈਰ ਦੀਆਂ ਜੜ੍ਹਾਂ
ਦੁਸ਼ਮਣੀ ਦੀਆਂ ਜੜ੍ਹਾਂ, ਭੇਦ ਭਾਵ ਦੀਆਂ ਜੜ੍ਹਾਂ, ਨਫ਼ਰਤ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੀਵੀਆਂ ਲੱਗ ਗਈਆਂ। ਅੱਜ ਤੱਕ ਵੀ ਉਹ ਨੀਵੀਆਂ ਜੜ੍ਹਾਂ ਜਿਹੜੀਆਂ ਪੁੱਟੀਆਂ ਨਹੀਂ ਜਾ ਸਕੀਆਂ। ਜਦੋਂ ਕੋਈ ਇੱਕ ਹਿੱਸਾ ਦੂਜੇ ਹਿੱਸੇ ਦੀ ਬੋਲੀ ਨੂੰ ਨਕਾਰ ਕੇ ਤੇ ਆਪਣੀ ਬੋਲੀ ਨੂੰ ਰੱਬ ਦੀ ਬੋਲੀ ਸਾਬਤ ਕਰੇ, ਤਾਂ ਉਹ ਜਿਹੜੀ ਚੀਜ਼ ਸੀ, ਹੁਣ ਅਸਲ ਬੋਲੀ ਕਿਹੜੀ ਹੈ? ਜਿਸ ਬੋਲੀ ਵਿੱਚ ਪਰਮੇਸ਼ਰ ਨੂੰ ਯਾਦ ਕੀਤਾ ਜਾਏ। ਮੇਰੇ ਹਜ਼ੂਰ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਗੱਲ ਕਹੀ। ਕਹਿੰਦੇ ਪ੍ਰੇਮ ਹੀ ਉਹਦੀ ਅਸਲ ਬੋਲੀ ਹੈ। ਜੇ ਤੁਹਾਡੇ ਜੀਵਨ ਵਿੱਚ ਪ੍ਰੇਮ ਦੀ ਕਣੀ ਨਹੀਂ, ਤੁਸੀਂ ਕਿਸੇ ਵੀ ਬੋਲੀ 'ਚ ਮੰਤਰ ਪੜ੍ਹੀ ਜਾਓ, ਕੀ ਫਰਕ ਪੈਂਦਾ? ਤੁਸੀਂ ਕਿਸੇ ਵੀ ਭਾਸ਼ਾ ਦੇ ਗ੍ਰੰਥ ਨੂੰ, ਧਰਮ ਗ੍ਰੰਥ ਨੂੰ ਪੜ੍ਹੀ ਜਾਓ, ਰੱਟੇ ਮਾਰੀ ਜਾਓ, ਕੀ ਅਰਥ ਰਹਿ ਜਾਂਦਾ ਉਹਦਾ ਜੇ ਤੁਹਾਡੇ ਜੀਵਨ 'ਚੋਂ ਪ੍ਰੇਮ ਹੀ ਮੁੱਕ ਗਿਆ? ਜੇ ਤੁਹਾਡੀ ਸੁਰਤ ਦੇ ਵਿੱਚ ਪ੍ਰੇਮ ਨਹੀਂ ਹੈ ਤਾਂ ਕੀ ਹੋਏਗਾ? ਜ਼ਰਾ ਸੋਚ ਕੇ। ਜਿੱਥੇ ਪ੍ਰੇਮ ਦੀ ਅਣਹੋਂਦ ਹੋਏਗੀ, ਜਿੱਥੇ ਪ੍ਰੇਮ ਗੈਰ ਹਾਜ਼ਰ ਹੋਏਗਾ, ਉੱਥੇ ਕੀ ਹੋਏਗਾ? ਉੱਥੇ ਮਨੁੱਖ ਦੀ ਸੁਰਤ ਵਿੱਚ ਕੇਵਲ ਨਫ਼ਰਤ, ਵੈਰ ਭਾਵ, ਦਵੈਸ਼ ਹੀ ਰਹਿ ਸਕਦਾ। ਤੇ ਐਸੀ ਸੁਰਤ ਵਾਲਾ ਬੰਦਾ ਕਿਸੇ ਵੀ ਧਰਮ, ਕੁਰਾਨ ਪੜ੍ਹ ਲੈ ਤਾਂ ਵੀ ਠੀਕ ਹੈ, ਪਾਠ ਕਰ ਲੈ ਤਾਂ ਵੀ ਠੀਕ ਹੈ, ਮੰਤਰ ਪੜ੍ਹ, ਕੋਈ ਮਰਜ਼ੀ ਪੜ੍ਹ ਲਵੇ, ਜਦੋਂ ਉਹਦੇ ਤੇ ਫਰਕ ਹੀ ਕੋਈ ਨਹੀਂ ਪੈਣਾ। ਜਦੋਂ ਉਸ ਦੇ ਅੰਦਰ ਸੁਰਤ ਦੇ ਵਿੱਚ ਕਠੋਰਤਾ ਹੀ ਵਸੀ ਰਹਿਣੀ ਹੈ, ਤਾਂ ਉਹਦੀ ਬੋਲੀ ਜਿਹੜੀ ਬੋਲੀ 'ਚੋਂ ਮੰਤਰ ਪੜ੍ਹਦਾ, ਜਿਹੜੀ ਬੋਲੀ 'ਚੋਂ ਕਲਮਾ ਪੜ੍ਹਦਾ, ਜਿਹੜੀ ਬੋਲੀ 'ਚੋਂ ਪਾਠ ਕਰਦਾ, ਜਿਹੜੀ ਬੋਲੀ 'ਚੋਂ ਧਰਮ ਗ੍ਰੰਥ ਪੜ੍ਹਦਾ, ਫਿਰ ਉਹਨੂੰ ਉਹ ਕੀ ਬਖਸ਼ਣਗੇ? ਉਹਨੂੰ ਕੀ ਪ੍ਰਾਪਤੀ ਦੇਣਗੇ? ਕੀ ਫਲ ਦੇਣਗੇ? ਤੋ ਗੁਰੂ ਨਾਨਕ ਸਾਹਿਬ ਨੇ ਆਖਿਆ, ਭਾਖਿਆ ਭਾਵੋ ਅਪਾਰ। ਉਹਦੀ ਬੋਲੀ ਕੀ ਹੈ? ਅਪਾਰ ਪ੍ਰੇਮ, ਮੁਹੱਬਤ। ਪ੍ਰੇਮ ਤੋਂ ਬਿਨਾਂ ਉਸ ਨੂੰ ਯਾਦ ਕਰਨਾ ਮਹਿਜ਼ ਕਰਮਕਾਂਡ ਹੈ। ਪ੍ਰੇਮ ਤੋਂ ਬਿਨਾਂ ਉਸ ਨਾਲ ਸਾਂਝ ਪੈ ਹੀ ਨਹੀਂ ਸਕਦੀ। ਤੋ ਗਰੀਬ ਨਵਾਜ਼ ਦੀ ਪਾਵਨ ਬਾਣੀ 'ਚ ਬਹੁਤ ਐਸੇ ਵਾਕ ਨੇ। ਇੱਥੇ ਭਗਤ ਨਾਮਦੇਵ ਸਾਹਿਬ ਦਾ ਜਿਹੜਾ ਰਾਮ ਹੈ, ਰਾਮ ਤੋਂ ਭਾਵ ਹੈ ਰਮਿਆ ਹੋਇਆ। ਇਹ ਮੈਂ ਅੱਗੇ ਵੀ ਬਿਨਾਂ ਕੀਤੀ, ਜਦੋਂ ਇਹ ਸ਼ਬਦ ਆਉਣ ਤੇ ਇਹਨਾਂ ਦਾ ਭਾਵ ਜ਼ਰੂਰ ਸਮਝਿਆ ਕਰੀਏ। ਕੇਵਲ ਲਫ਼ਜ਼ ਨਾਲ ਸਾਰੀ ਬਾਣੀ ਦੇ ਅਰਥ ਨਹੀਂ ਹੋਣੇ। ਸ਼ਬਦ ਦਾ ਜੋ ਕੰਟੈਕਸਟ ਹੈ, ਜਿਹਨੂੰ ਆਪਾਂ ਸੰਦਰਭ ਕਹਿੰਦੇ ਹਾਂ, ਉਹਨੂੰ ਸਮਝਣ ਨਾਲ ਹੀ ਪੂਰੀ ਦੀ ਪੂਰੀ ਜੋ ਬਾਣੀ ਦੀ ਉਪਦੇਸ਼ਮਈ ਧਾਰਾ ਹੈ ਉਹ ਸਮਝ ਵਿੱਚ ਆਏਗੀ। ਤੋ ਰਾਮ ਕੌਣ ਹੈ? ਜੋ ਰਮਿਆ ਹੋਇਆ ਹੈ, ਵਿਆਪਕ ਹੈ। ਏਕ ਅਨੇਕ ਵਿਆਪਕ, ਪੂਰਕ ਜਤ ਭੇਦ ਦੇਖੋ ਤਤ ਸੋਈ। ਭਗਤ ਨਾਮਦੇਵ ਸਾਹਿਬ ਦਾ ਰਾਮ ਜਿਹੜਾ ਹੈ ਉਹ ਕਿਸੇ ਅਯੁੱਧਿਆ ਦਾ ਨਾਇਕ ਨਹੀਂ ਹੈ, ਜਾਂ ਰਾਮਾਇਣ ਦਾ ਨਾਇਕ ਨਹੀਂ ਹੈ, ਜਾਂ ਦਸ਼ਰਥ ਦਾ ਪੁੱਤਰ ਨਹੀਂ ਹੈ। ਉਹ ਰਾਮ ਕੌਣ ਹੈ? ਰਮਿਆ ਹੋਇਆ, ਜੋ ਹਰ ਜਗ੍ਹਾ ਮੌਜੂਦ ਹੈ, ਸਰਵ ਵਿਆਪੀ ਹੈ। ਐਸਾ ਰਾਮ ਭਗਤ ਨਾਮਦੇਵ ਸਾਹਿਬ ਕਹਿੰਦੇ ਮੈਨੂੰ ਮਿਲ ਗਿਆ। ਮੋਹ ਕੋ ਮਿਲਿਓ ਰਾਮ ਸਨੇਹੀ, ਪਿਆਰ ਵਾਲਾ, ਜੋ ਪਿਆਰ ਸਰੂਪ ਹੈ, ਜਿਸ ਨਾਲ ਜੁੜ ਕੇ ਤੁਸੀਂ ਪ੍ਰੇਮਮਈ ਹੋ ਜਾਂਦੇ ਹੋ, ਜਿਸ ਨਾਲ ਜੁੜ ਕੇ ਤੁਹਾਡੇ ਅੰਦਰ ਦੁਈ ਤੇ ਦਵੈਤ ਦਾ ਸੁਭਾਅ ਵੀ ਖਤਮ ਹੋ ਜਾਂਦਾ ਹੈ, ਦੁਜਾਇਗੀ ਮਿਟ ਜਾਂਦੀ ਹੈ, ਭੇਦ ਭਾਵ ਖਤਮ ਹੋ ਜਾਂਦਾ ਹੈ। ਮੋਹ ਕੋ ਮਿਲਿਓ ਰਾਮ ਸਨੇਹੀ, ਤੇ ਪ੍ਰਾਪਤੀ ਕੀ ਹੋਈ? ਜਿਹ ਮਿਲਿਆ ਦੇਹ ਸੁਦੇਹੀ। ਦੇਹ ਦਾ ਭਾਵ ਹੁੰਦਾ ਹੈ ਸਰੀਰ, ਸਰੀਰ ਤੋਂ ਭਾਵ ਹੈ ਜੀਵਨ। ਸਾਡੀ ਜਿਹੜੀ ਲਾਈਫ ਹੈ ਉਹ ਸਾਡੇ ਸਰੀਰ ਤੇ ਸਾਡੇ ਅੰਦਰ ਦੀ ਚੇਤਨਾ ਦੇ ਆਪਸ ਵਿੱਚ ਮਿਲਾਪ ਕਰਕੇ ਹੈ ਨਾ। ਸੁਦੇਹੀ ਦਾ ਮਤਲਬ ਹੁੰਦਾ ਹੈ ਸੁੰਦਰ, ਸੁਹੱਪਣ ਵਾਲੀ, ਵਧੀਆ, ਉੱਤਮ, ਕੀਮਤੀ। ਕਹਿੰਦੇ ਨੇ ਜਿਸ ਦੇ ਮਿਲਾਪ ਸਦਕਾ ਮੇਰਾ ਜੀਵਨ ਜਿਹੜਾ ਹੈ ਉਹ ਸੋਹਣਾ ਬਣ ਗਿਆ, ਸੁਹੱਪਣ ਵਾਲਾ ਹੋ ਗਿਆ, ਇਹਨੂੰ ਚਾਰ ਚੰਨ ਲੱਗ ਗਏ। ਮਹਾਰਾਜ ਨੇ ਇਸੇ ਨੂੰ ਬਾਣੀ 'ਚ ਕਿਹਾ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਹਰ ਤਨ ਜਿਨੀ ਸੰਜਿਆ ਸਈ ਗੰਭੀਰ ਅਪਾਰ ਜੀਓ। ਇੱਕ ਤਾਂ ਹੁੰਦਾ ਨਾ ਫਿਜ਼ੀਕਲੀ ਮਨੁੱਖ ਦਾ ਸੁਹੱਪਣ ਸਰੀਰ, ਸਰੀਰ ਦੀ ਜਿਹੜੀ ਘਾੜਤ ਹੈ ਜਿਸ ਤਰ੍ਹਾਂ ਦੀ ਵੀ ਹੈ, ਇਹ ਤਾਂ ਅਸੀਂ ਆਪਣੇ ਪੈਰਾਮੀਟਰ ਸੈੱਟ ਕੀਤੇ ਨਾ, ਕਿਹੜੀ ਚਮੜੀ ਦੇ ਰੰਗ ਵਾਲਾ ਸੋਹਣਾ ਹੈ, ਕਿਹੜਾ ਨਹੀਂ ਹੈ। ਹੁਣ ਜਿੱਥੇ ਇੱਕੋ ਹੀ ਚਮੜੀ ਦੇ ਸਾਰੇ ਲੋਕ ਹੋਣਗੇ, ਉੱਥੇ ਨੈਣ ਨਕਸ਼ ਨਾਲ ਬੰਦੇ ਦਾ ਜਿਹੜਾ ਚਿਹਰੇ ਦਾ ਸਟਰਕਚਰ ਹੈ, ਨੈਣ ਨਕਸ਼ ਜਿਹਨੂੰ ਆਪਾਂ ਕਹਿੰਦੇ ਹਾਂ, ਅੰਗ ਨੇ ਉਹਦੇ ਹਿਸਾਬ ਨਾਲ ਤੈਅ ਹੋਏਗਾ ਵੀ ਇਹਨਾਂ 'ਚੋਂ ਸਾਰਿਆਂ 'ਚੋਂ ਸੋਹਣਾ ਕਿਹੜਾ ਹੈ। ਅਤੇ ਜਿੱਥੇ ਵੱਖ-ਵੱਖ ਚਮੜੀ ਵਾਲੇ ਲੋਕ ਹੋਣਗੇ, ਤੁਸੀਂ ਵੇਖਣਾ ਉੱਥੇ ਚਮੜੀ ਦੇ ਹਿਸਾਬ ਨਾਲ ਲੋਕ ਪਹਿਲਾਂ ਡਿਸਾਈਡ ਕਰਨਗੇ ਵੀ ਇਹਨਾਂ 'ਚੋਂ ਸੋਹਣਾ ਕਿਹੜਾ ਲੱਗਦਾ। ਕਾਲੀ ਚਮੜੀ ਵਾਲਾ, ਚਿੱਟੀ ਚਮੜੀ ਵਾਲਾ, ਭੂਰੀ ਚਮੜੀ ਵਾਲਾ, ਕਿਹੋ ਜਿਹਾ।
ਤੋ ਇਹ ਹੈ ਵੀ ਜਿਹੋ ਜਿਹਾ ਮੈਂ ਹਾਂ, ਹੁਣ ਸੰਸਾਰ 'ਚ ਕਿਹੜਾ ਬੰਦਾ ਹੈ ਜਿਹੜਾ ਜਿਸ ਨੂੰ ਆਪਣਾ ਆਪ ਭੈੜਾ ਨਜ਼ਰ ਆਉਂਦਾ, ਤੇ ਜੇ ਆਉਂਦਾ ਹੈ ਤੇ ਇਹਦਾ ਮਤਲਬ ਬਿਮਾਰ ਹੈ, ਸਿੱਖ ਹੈ। ਜਿਹੜਾ ਆਪਣੇ ਆਪ ਨੂੰ ਹੀ ਪਸੰਦ ਨਹੀਂ ਕਰਦਾ, ਉਸ ਮਨੁੱਖ ਨੂੰ ਅਸੀਂ ਹੀਣ ਭਾਵਨਾ ਦਾ ਸ਼ਿਕਾਰ ਆਖਾਂਗੇ ਵੀ ਉਹਦੇ 'ਚ ਹੀਣ ਭਾਵਨਾ ਕੁੱਟ-ਕੁੱਟ ਕੇ ਭਰੀ ਹੈ। ਉਹਨੂੰ ਆਪਣਾ ਆਪ, ਆਪਣਾ ਰੂਪ ਰੰਗ, ਆਪਣੇ ਨੈਣ ਨਕਸ਼, ਆਪਣਾ ਚਿਹਰਾ, ਆਪਣਾ ਕੁਝ ਵੀ ਚੰਗਾ ਨਹੀਂ ਲੱਗ ਰਿਹਾ, ਇਹਦਾ ਮਤਲਬ ਉਹ ਅੰਦਰੋਂ ਬਿਮਾਰ ਹੈ, ਸਿੱਖ ਹੈ। ਉਹਦੀ ਵਿਲ ਪਾਵਰ ਹੀ ਖਤਮ ਹੈ। ਉਸ ਅੰਦਰ ਨਾ ਚੜ੍ਹਦੀ ਕਲਾ ਹੈ, ਨਾ ਮਾਣ ਹੈ, ਨਾ ਫਖਰ ਹੈ ਆਪਣੇ ਆਪ ਪ੍ਰਤੀ। ਉਹ ਸੰਤੁਸ਼ਟ ਨਹੀਂ ਜੋ ਕੁਝ ਉਹਦੇ ਕੋਲ ਹੈ, ਤੇ ਉਹਨੂੰ ਦੁਨੀਆ ਦੀ ਕੋਈ ਤਾਕਤ ਖੁਸ਼ ਨਹੀਂ ਕਰ ਸਕਦੀ, ਕਿਉਂਕਿ ਉਹ ਕੰਪੈਰੀਜ਼ਨ ਦੇ ਸਿਰ ਤੇ ਜੀਂਦਾ ਹੈ। ਆਪਣੇ ਆਪ ਨੂੰ ਦੂਜਿਆਂ ਨਾਲ ਕੰਪੇਅਰ ਕਰਕੇ ਚੱਲਣਾ, ਕੰਪੇਅਰ ਕਰਕੇ ਚੱਲਣਾ। ਤੋ ਇਹ ਜਿਹੜੀ ਚੀਜ਼ ਹੈ, ਗੁਰੂ ਸਾਹਿਬ ਨੇ ਆਖਿਆ ਵੀ ਸੰਸਾਰ ਦਾ ਹਰ ਇੱਕ ਪ੍ਰਾਣੀ, ਭਾਵੇਂ ਉਹਦੇ ਨੈਣ ਨਕਸ਼ ਕਿਹੋ ਜਿਹੇ ਵੀ ਨੇ, ਭਾਵੇਂ ਉਹਦਾ ਰੂਪ ਰੰਗ ਕਿਹੋ ਜਿਹਾ ਹੈ, ਉਹ ਹਰ ਕੋਈ ਹੀ ਯੂਨੀਕ ਹੈ। ਹਰ ਕੋਈ ਪਰਮੇਸ਼ਰ ਦੀ ਘਾੜਤ ਹੈ। ਤੁਸੀਂ ਉਹਦੇ ਰੰਗ, ਉਹਦੇ ਨੈਣ ਨਕਸ਼, ਉਹਦੇ ਰੂਪ ਰੰਗ, ਉਹਦੀ ਬਣਾਵਟ ਕਰਕੇ ਉਸ ਨੂੰ ਨੀਵਾਂ ਜਾਂ ਕਰੂਪ ਨਹੀਂ ਕਹਿ ਸਕਦੇ। ਜੇ ਤੁਸੀਂ ਕਹਿੰਦੇ ਹੋ ਤਾਂ ਤੁਸੀਂ ਈਗੋ ਦੇ ਤੇ ਭੇਦਭਾਵ ਦੇ ਸ਼ਿਕਾਰ ਹੋ। ਤੁਹਾਡੇ ਅੰਦਰ ਦੁਜਾਇਗੀ ਤੇ ਦੁਬਦਾ ਹੈ। ਤੁਸੀਂ ਸਭਨਾਂ ਨੂੰ ਪਰਮੇਸ਼ਰ ਦੀ ਕਿਰਤ ਨਹੀਂ ਮੰਨਦੇ। ਬਾਣੀ ਦਾ ਵਾਕ ਯਾਦ ਰੱਖੀਏ, ਬਹੁ ਬਿਧ ਭਾਂਡੇ ਘੜੇ ਕੁਮਾਰਾ। ਵਾਹਿਗੁਰੂ ਅਕਾਲ ਪੁਰਖ ਨੇ ਕਈ ਵਿਧੀਆਂ ਦੀ ਜੀਵ ਰਚਨਾ ਕੀਤੀ, ਜੀਵ ਬਣਾਏ। ਤਾਂ ਹਰ ਕੋਈ ਹੀ ਉਹਦੀ ਨੇਚਰ ਵਿੱਚ, ਉਹਦੀ ਕੁਦਰਤ ਵਿੱਚ, ਉਹਦੀ ਸਿਰਜਣਾ ਵਿੱਚ ਰੇਅਰ ਹੈ ਔਰ ਯੂਨੀਕ ਹੈ, ਕੋਈ ਘੱਟ ਨਹੀਂ। ਤਾਂ ਇਹ ਜਿਹੜੀਆਂ ਵੰਡੀਆਂ ਨੇ ਸਾਡੇ ਅੰਦਰ ਹਉਮੈ ਕਰਕੇ ਆਉਂਦੀਆਂ ਨੇ, ਭੇਦਭਾਵ ਨਫ਼ਰਤ ਕਰਕੇ ਆਉਂਦੀਆਂ ਨੇ। ਤੋ ਜਿਹੜੀ ਸਾਰੀ ਚੀਜ਼ ਹੈ, ਹੁਣ ਸਤਿਗੁਰੂ ਦੀ ਬਾਣੀ ਜਦੋਂ ਇਹ ਕਹਿੰਦੀ ਹੈ ਵੀ ਫਿਰ ਸੋਹਣਾ ਕਿਹਨੂੰ ਪ੍ਰਵਾਨ ਕੀਤਾ ਜਾਏ। ਹਜ਼ੂਰ ਨੇ ਜਿਹੜਾ ਸੁਹੱਪਣ ਮੰਨਿਆ, ਯਾਦ ਰੱਖੀ, ਜਿਹੜਾ ਸੁਹੱਪਣ ਮੰਨਿਆ ਉਹ ਕਾਹਦਾ ਮੰਨਿਆ? ਗੁਣਾਂ ਦਾ, ਵਿਹਾਰ ਦਾ। ਜੇ ਹੁਣ ਮੰਨ ਲਓ ਜਿਸ ਨੂੰ ਕਿਸੇ ਮੁਲਕ ਨੇ, ਤੇ ਸਾਰੇ ਮੁਲਕਾਂ ਦੀ ਸੰਸਥਾ ਨੇ ਰਲ ਕੇ ਐਸੀਆਂ ਬਣੀਆਂ ਹੋਈਆਂ ਨੇ ਨਾ ਆਰਗੇਨਾਈਜੇਸ਼ਨਸ, ਜਿਹੜੀਆਂ ਮੁਕਾਬਲੇ ਕਰਵਾਉਂਦੀਆਂ, ਕੰਪੀਟੀਸ਼ਨ ਕਰਵਾਉਂਦੀਆਂ ਨੇ ਵੀ ਸੋਹਣਾ ਕੌਣ ਹੈ ਸਭ ਤੋਂ। ਦਰਅਸਲ ਉਹ ਤਾਂ ਇੱਕ ਵਪਾਰ ਹੈ, ਵਣਜ ਹੈ। ਬੜੀ ਸੁਹੱਪਣ ਤੋਂ ਸੁਹੱਪਣ ਭਰੀ ਦੁਨੀਆ ਸੰਸਾਰ 'ਚ ਪਈ ਹੈ, ਜਿਨ੍ਹਾਂ ਵੱਲ ਨਿਗਾਹ ਨਹੀਂ ਗਈ। ਪਰ ਉਹਨਾਂ ਨੇ ਚੁਣ ਲੈ, 50 ਚੁਣ ਲੈ, ਦੁਨੀਆ ਵੇਖੀ ਜਾਂਦੀ ਹੈ ਇਹ 50 ਸੋਹਣੇ, ਸਭ ਤੋਂ ਦੁਨੀਆ ਦੇ ਬੰਦੇ ਸੋਹਣੇ ਇਹ ਨੇ। ਤੇ ਹਰ ਬੰਦਾ ਵੇਖਣ ਵਾਲਾ ਕਹਿੰਦਾ ਕਾਸ਼ ਮੈਂ ਵੀ ਸੋਹਣਾ ਹੁੰਦਾ। ਫਿਰ ਉਹਨਾਂ ਤੋਂ ਅੱਗੇ ਲਾ ਕੇ ਉਹਨਾਂ ਪ੍ਰੋਡਕਟ ਵੇਚਣੇ ਹੁੰਦੇ ਨੇ ਵੀ ਸੋਹਣੇ ਬਣਨਾ ਤੇ ਆ ਪ੍ਰੋਡਕਟ ਲਓ। ਅੱਗੇ ਅੱਗੇ ਖੇਡ ਤੁਰੀ ਜਾਂਦੀ, ਅਸੀਂ ਮਗਰ ਮਗਰ ਉਹਦੇ ਤੁਰੇ ਜਾਂਦੇ। ਤੋ 50 ਬੰਦੇ ਸਾਡੇ ਸਾਹਮਣੇ ਖੜੇ ਕਰ ਦਿੱਤੇ ਗਏ, 50 ਔਰਤਾਂ ਖੜੀਆਂ ਕਰ ਦਿੱਤੀਆਂ ਗਈਆਂ, 50 ਮਰਦ ਖੜੇ ਕਰ ਦਿੱਤੇ ਗਏ, ਸਭ ਤੋਂ ਸੋਹਣੇ ਨੇ। ਤਾਂ ਅਸੀਂ ਝੋਰਾ ਕਰ ਰਹੇ ਵੀ ਅਸੀਂ ਇੰਨੇ ਸੋਹਣੇ ਨਹੀਂ ਹਾਂ। ਫਿਰ ਉਹਨਾਂ 50 ਚੋਂ ਇੱਕ ਚੁਣ ਲਿਆ ਜਾਂਦਾ, ਫਿਰ ਉਹ ਬਾਕੀ 49 ਵੱਖਰਾ ਝੋਰਾ ਕਰਦੇ ਨੇ। ਤੋ ਇਵੇਂ ਚੱਲ ਰਿਹਾ ਸਰਕਲ ਸਾਰੀ ਦੁਨੀਆ ਦਾ। ਹੁਣ ਜ਼ਰਾ ਕਿ ਸੋਚੋ, ਉਹਦੇ ਵਿੱਚ ਕੰਪਨੀਆਂ ਨੇ ਪੈਸਾ ਲਾਇਆ, ਏਡੇ ਵੱਡਾ ਤਾਮ ਝਾਮ ਮੀਡੀਆ ਵਿੱਚ ਸਾਰੀ ਗੱਲਬਾਤ ਉਹ ਜਿਹੜੀ ਹੈ, ਫਿਰ ਉਹ ਬ੍ਰਾਂਡ ਅੰਬੈਸਡਰ ਬਣ ਜਾਂਦੇ ਨੇ। ਜਿਨ੍ਹਾਂ ਨੂੰ ਚੁਣਿਆ ਜਾਂਦਾ ਉਹ ਫਿਰ ਬ੍ਰਾਂਡ ਵੇਚਦੇ ਨੇ, ਚੀਜ਼ਾਂ ਵੇਚਦੇ ਨੇ। ਅਤੇ ਸਾਨੂੰ ਲੱਗਦਾ ਚਲੋ ਜੇ ਸੋਹਣੇ ਨਹੀਂ ਤਾਂ ਇਹਦਾ ਦੱਸਿਆ ਬ੍ਰਾਂਡ ਤਾਂ ਵਰਤ ਹੀ ਸਕਦੇ ਹਾਂ ਆਪਾਂ, ਪੈਸੇ ਤਾਂ ਅਸੀਂ ਖਰਚਣੇ ਨੇ। ਤਾਂ ਇਵੇਂ ਕੰਮ ਚੱਲ ਰਿਹਾ ਦੁਨੀਆ ਅੰਦਰ। ਗੁਰੂ ਸਾਹਿਬ ਨੇ ਆਖਿਆ ਹੁਣ ਐਸਾ ਵਿਅਕਤੀ ਜਿਹਨੂੰ ਸਭ ਤੋਂ ਸੋਹਣਾ ਐਲਾਨਿਆ ਗਿਆ ਹੋਵੇ, ਉਹ ਤੁਹਾਡੇ ਨਾਲ ਫਰਾਡ ਕਰ ਜਾਏ, ਤੁਹਾਨੂੰ ਸੋਹਣਾ ਲੱਗੇਗਾ? ਨਹੀਂ ਨਾ ਲੱਗੇਗਾ। ਸਾਡੇ ਮੂੰਹ ਤੇ ਸਾਨੂੰ ਗਾਲ ਕੱਢ ਜਾਏ, ਇੱਕ ਸੁਖੱਲੀ ਜੀ ਉਦਾਹਰਣ ਦੇਣਾ, ਸਭ ਤੋਂ ਸੋਹਣਾ ਬੰਦਾ ਸ਼ਹਿਰ ਦਾ ਸਾਡੇ ਸਾਹਮਣੇ ਖਲੋ ਕੇ ਸਾਨੂੰ ਗਾਲ ਕੱਢ ਜਾਏ, ਤੁਹਾਨੂੰ ਅੰਮ੍ਰਿਤ ਵਰਗਾ ਲੱਗੇਗਾ ਕਿ ਜ਼ਹਿਰ ਵਰਗਾ? ਤੁਹਾਨੂੰ ਸਭ ਤੋਂ ਸੋਹਣਾ ਲੱਗੇਗਾ ਫਿਰ ਵੀ ਕਿ ਕਰੂਪ ਲੱਗੇਗਾ? ਤੁਹਾਡਾ ਜੀ ਕਰੇਗਾ ਇਹਦਾ ਚਿਹਰਾ ਨੋਚ ਦਿਆਂ ਮੈਂ। ਤੁਹਾਨੂੰ ਉਹਦਾ ਸੁਹੱਪਣ ਨਹੀਂ, ਉਹਦਾ ਵਿਹਾਰ ਜਿਹੜਾ ਹੈ ਉਹਦਾ ਕਰਕੇ ਤੁਹਾਡੇ ਅੰਦਰ ਗਿਲਾਨੀ ਪੈਦਾ ਹੋ ਜਾਏਗੀ। ਇਹ ਫਰਕ ਹੈ। ਹੁਣ ਸਤਿਗੁਰੂ ਆਖਦੇ ਨੇ ਜੇ ਸੁਹੱਪਣ ਕੇਵਲ ਚਮੜੀ ਵਿੱਚ ਹੁੰਦਾ ਤੇ ਜਦੋਂ ਬੰਦਾ ਮੰਦਾ ਕਰਮ ਕਰਦਾ ਫਿਰ ਵੀ ਤੁਹਾਨੂੰ ਸੋਹਣਾ ਲੱਗਣਾ ਚਾਹੀਦਾ, ਪਰ ਨਹੀਂ ਲੱਗਦਾ।
ਤੇ ਜਿਹੜਾ ਮਨੁੱਖ ਤੁਹਾਡੀ ਲੋੜ ਵੇਲੇ ਮਦਦ ਕਰਦਾ ਹੈ, ਤੁਹਾਡੇ ਨਾਲ ਚੰਗਾ ਵਿਹਾਰ ਕਰੇ, ਤੁਹਾਡਾ ਭਲਾ ਕਰੇ, ਪਰਉਪਕਾਰ ਕਰੇ, ਉਹ ਸਭ ਤੋਂ ਵਧੀਆ ਸੋਹਣਾ ਮਨੁੱਖ ਹੈ ਦੁਨੀਆ ਦਾ। ਉਹਨੇ ਆਪਣੀ ਸੁਰਤ ਨੂੰ ਸੁਧਾਰਿਆ, ਸੋਹਣਾ ਬਣਾਇਆ, ਉਹਨੇ ਆਪਣੇ ਵਿਹਾਰ ਨੂੰ ਸੋਹਣਾ ਬਣਾਇਆ, ਉਹਨੇ ਆਪਣੇ ਕਰਮ ਨਾਲ ਦੁਨੀਆ ਨੂੰ ਮੋਹਿਤ ਕੀਤਾ। ਸਭ ਤੋਂ ਔਖਾ ਦੁਨੀਆ ਵਿੱਚ ਕਰਮ ਨੂੰ ਬਦਲਣਾ ਹੈ। ਸਭ ਤੋਂ ਕਠਿਨ ਖੇਡ ਜਿਹੜੀ ਹੈ ਨਾ, ਉਹ ਆਪਣੇ ਕਰਮ ਨੂੰ ਸਵਾਰਨਾ ਹੈ। ਸਭ ਤੋਂ ਔਖੀ ਖੇਡ। ਮਨ ਕੀ ਮਤ ਤਿਆਗੋ ਹਰਿ ਜਨ, ਇਹ ਬਾਤ ਕਠਿਨ। ਜਦੋਂ ਤੁਸੀਂ ਆਪਣਾ ਕਰਮ ਸੁਧਾਰਨ ਵੱਲ ਤੁਰਦੇ ਹੋ, ਤੁਹਾਨੂੰ ਆਪਣੇ ਆਪ ਨਾਲ ਲੜਨਾ ਪੈਂਦਾ ਹੈ, ਆਪਣੇ ਆਪ ਨਾਲ ਉਲਝਣਾ ਪੈਂਦਾ ਹੈ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਮਨ ਹੀ ਮੰਝ ਸਮਾਏ। ਮੈਨੂੰ ਇੱਕ ਸਾਖੀ ਯਾਦ ਆਉਂਦੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਫ਼ਰ ਤੇ ਸਨ। ਇੱਕ ਨਗਰ ਦੇ ਬਾਹਰ ਝਾੜੀਆਂ 'ਚ ਇੱਕ ਬੱਚੇ ਦੇ ਰੋਣ ਦੀ ਆਵਾਜ਼ ਹੈ। ਬੱਚੇ ਦੇ ਰੋਣ ਦੀ ਜਿਸ ਵੇਲੇ ਆਵਾਜ਼ ਹਜ਼ੂਰ ਦੇ ਕੰਨਾਂ ਵਿੱਚ ਪਈ ਤੇ ਮਹਾਰਾਜ ਨੇ ਸੇਵਕ ਨੂੰ ਭੇਜਿਆ। ਸੇਵਕ ਛੋਟੇ ਜਿਹੇ ਬੱਚੇ ਨੂੰ ਆਪਣੇ ਹੱਥਾਂ ਵਿੱਚ ਚੁੱਕ ਕੇ ਲਿਆਇਆ। ਉਹ ਰੋ ਰਿਹਾ ਸੀ ਬੱਚਾ। ਕੋਈ ਜਮਾਂਦਰੂ ਹੀ ਉਸ ਬੱਚੇ ਨੂੰ ਬਾਹਰ ਸੁੱਟ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੁੱਛਿਆ, ਕੀ ਗੱਲ ਹੈ? ਆਖਿਆ, ਜੀ ਇੱਕ ਬੱਚਾ ਹੈ ਕਿਸੇ ਦਾ, ਪਰ ਇਉਂ ਲੱਗਦਾ ਵੀ ਇਹਨੂੰ ਕੋਈ ਸੁੱਟ ਗਿਆ, ਪਾਲਣਾ ਨਹੀਂ ਚਾਹੁੰਦਾ, ਰੱਖਣਾ ਨਹੀਂ ਚਾਹੁੰਦਾ। ਹਜ਼ੂਰ ਨੇ ਆਖਿਆ, ਕਮਾਲ ਹੈ, ਵਾਹਿਗੁਰੂ ਦੀ ਇਹ ਅਦੁੱਤੀ ਦਾਤ। ਬੰਦਾ ਆਪਣੇ ਜਿਗਰ ਦੇ ਟੁਕੜੇ ਨੂੰ ਬਾਹਰ ਕਿਵੇਂ ਸੁੱਟ ਸਕਦਾ ਹੈ? ਕੋਈ ਕੀ ਕਾਰਨ ਹੋ ਸਕਦਾ ਹੈ? ਜਿਹੜਾ ਸੇਵਾਦਾਰ ਲਿਆਇਆ ਸੀ, ਉਸਨੇ ਬੱਚੇ ਨੂੰ ਗੌਰ ਨਾਲ ਵੇਖਿਆ, ਧਿਆਨ ਨਾਲ ਤੱਕਿਆ ਤੇ ਆਖਿਆ, ਮਹਾਰਾਜ ਬਹੁਤੀ ਗੱਲ ਤਾਂ ਨਹੀਂ ਪਤਾ, ਪਰ ਇੰਨਾ ਕੁ ਸਮਝ ਪੈਂਦਾ ਵੀ ਇਸ ਬੱਚੇ ਦਾ ਜਮਾਂਦਰੂ ਦੰਦ ਉੱਗਿਆ ਹੋਇਆ ਤੇ ਸ਼ਾਇਦ ਇੱਥੋਂ ਦਾ ਜਿਹੜਾ ਸਮਾਜ ਹੈ ਉਹ ਇਹੋ ਜਿਹੀਆਂ ਗੱਲਾਂ ਬਹੁਤ ਵਿਚਾਰਦਾ ਹੈ। ਸ਼ਗਨ ਅਪਸ਼ਗਨ ਨੂੰ, ਕੁਲੱਛਣੇ ਨੂੰ ਤੇ ਲੱਛਣਾਂ ਵਾਲੇ ਨੂੰ, ਇਹ ਚੀਜ਼ਾਂ ਬੜੀਆਂ ਸਾਡੇ ਚੱਲਦੀਆਂ ਨੇ। ਕੋਈ ਤੁਰਨ ਲੱਗੇ ਕੋਈ ਛਿੱਕ ਮਾਰਦਾ ਤਾਂ ਸਾਨੂੰ ਵਹਿਮ ਪੈ ਜਾਂਦਾ, ਬਿੱਲੀ ਰਸਤਾ ਕੱਟ ਜਾਏ ਤੇ ਵਹਿਮ ਪੈ ਜਾਏ। ਇੱਕ ਬਿਮਾਰੀ ਨਹੀਂ ਹੈ ਸਾਨੂੰ, ਬਹੁਤ ਸਾਰੀਆਂ ਨੇ। ਤਾਂ ਅਸੀਂ ਸਾਰਾ ਦਰੋਮਦਾਰ ਉਹਨਾਂ ਦੇ, ਭਾਵੇਂ ਬੰਦੇ ਨੇ ਅਰਦਾਸ ਵੀ ਕੀਤੀ ਹੋਵੇ ਨਾ ਵੀ ਵਾਹਿਗੁਰੂ ਮੈਂ ਕਾਰਜ ਕਰਨ ਲੱਗਿਆ, ਚੜ੍ਹਦੀ ਕਲਾ ਕਰਨੀ, ਛਿੱਕ ਦੂਜਾ ਮਾਰਦਾ ਤਾਂ ਸਾਨੂੰ ਲੱਗਦਾ ਅਰਦਾਸ ਦਾ ਤੇ ਹੁਣ ਅਸਰ ਵੀ ਨਹੀਂ ਹੋਣਾ। ਇਹੋ ਜਿਹੇ ਧਰਮੀ ਹਾਂ ਅਸੀਂ। ਇੰਨੇ ਕੁ ਯਕੀਨ ਨੇ ਸਾਡੇ ਅੰਦਰ, ਇੰਨੇ ਕੁ ਵਿਸ਼ਵਾਸ ਨੇ ਸਾਡੇ ਅੰਦਰ। ਅਜੇ ਅਸੀਂ ਲੋੜਦੇ ਹਾਂ ਵੀ ਸਾਡੇ ਪੱਲੇ ਉਹ ਸਿੱਖੀ ਨਹੀਂ ਜਿਹੜੀ ਸਾਨੂੰ ਸਤਿਗੁਰੂ ਨੇ ਬਖਸ਼ੀ ਹੈ। ਭਾਈ ਗੁਰਦਾਸ ਜੀ ਦੀਆਂ ਪੌੜੀਆਂ ਦਾ ਕਦੇ ਚਰਚਾ ਕਰਾਂਗੇ। ਉਹਨਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਬੜੀ ਪਿਆਰ ਨਾਲ ਗੱਲ ਕਹੀ ਹੈ ਕਿ ਦੁਨੀਆ ਇਹੋ ਜਿਹੇ ਸ਼ਗਨਾਂ ਅਪਸ਼ਗਨਾਂ ਵਿੱਚ ਉਲਝ ਕੇ ਭਰਮ ਤੋਂ ਭੁੱਲੀ ਹੋਈ ਹੈ। ਗੁਰੂ ਸਿੱਖ ਦੇ ਅੰਦਰੋਂ ਇਹ ਭਰਮ ਕੱਢ ਦਿੰਦਾ, ਇਹ ਵਹਿਮ ਕੱਢ ਦਿੰਦਾ। ਖੈਰ, ਆਖਿਆ ਜੀ ਇਹਦਾ ਦੰਦ ਜਮਾਂਦਰੂ ਉੱਗਿਆ ਹੋਇਆ ਤੇ ਦੰਦ ਵੀ ਇਹਦੇ ਇਸ ਤਰ੍ਹਾਂ ਨੇ ਵੀ ਇਹਨੂੰ ਕੁਲੱਛਣਾ ਸਮਝ ਕੇ ਇਹਨੂੰ ਸੁੱਟ ਦਿੱਤਾ ਗਿਆ ਵੀ ਇਹ ਕੁੱਲ ਤੇ ਭਾਰੂ ਹੋ ਸਕਦਾ ਹੈ, ਪਰਿਵਾਰ ਤੇ ਭਾਰੂ ਹੋ ਸਕਦਾ ਹੈ, ਪਰਿਵਾਰ ਲਈ ਮੁਸੀਬਤਾਂ ਲਿਆਏਗਾ। ਬੱਚਾ ਰੱਖਣ ਯੋਗ ਨਹੀਂ, ਕਹਿ ਲਓ, ਭਾਰੂ ਹੈ ਪਰਿਵਾਰ ਦੇ ਉੱਤੇ। ਹਜ਼ੂਰ ਨੇ ਆਪਣੇ ਸੇਵਾਦਾਰ ਨੂੰ ਸੌਂਪਿਆ, ਤੇਰੀ ਇਹ ਸੇਵਾ ਹੈ, ਇਸ ਬੱਚੇ ਨੂੰ ਆਪਾਂ ਪਾਲਣਾ ਹੈ। ਆਖਿਆ ਜੀ ਇਹਨੂੰ ਕੁਥਰਾ ਸਮਝ ਕੇ ਸੁੱਟਿਆ ਗਿਆ। ਹਜ਼ੂਰ ਨੇ ਆਖਿਆ, ਨਹੀਂ ਕੁਥਰਾ ਨਹੀਂ, ਇਹ ਸੁਥਰਾ ਹੈ। ਵਾਹਿਗੁਰੂ ਦੀ ਕੋਈ ਦਾਤ ਵੀ ਕੁਥਰੀ ਹੋ ਸਕਦੀ ਹੈ। ਸਾਡਾ ਵਿਹਾਰ ਉਹਨੂੰ ਕੁਥਰਿਆਂ ਕਰਦਾ, ਉਹਦਾ ਨਾਮ ਸੁਥਰਾ ਪਿਆ। ਉਹ ਹਜ਼ੂਰ ਦਾ ਬੜਾ ਪਿਆਰਾ ਸੇਵਕ ਹੋਇਆ, ਬੜਾ ਵਿਅੰਗਾਤਮਕ ਗੱਲਾਂ ਕਰਦਾ ਸੀ, ਬੜੀਆਂ ਸਪਸ਼ਟ ਤੇ ਸਾਦੀਆਂ। ਕਈ ਵਾਰ ਉਹਦੀਆਂ ਗੱਲਾਂ ਆਮ ਸਿੱਖਾਂ ਨੂੰ ਪਚਦੀਆਂ ਵੀ ਨਹੀਂ ਸਨ। ਇਹਨੇ ਖੁਲਾਸੇ ਸੁਭਾਅ ਦਾ ਮਾਲਕ ਸੀ ਔਰ ਗੁਰੂ ਮਹਾਰਾਜ ਉਸ ਨੂੰ ਉਹਦੇ ਖੁਲਾਸੇ ਸੁਭਾਅ ਕਰਕੇ ਬਹੁਤ ਪ੍ਰੇਮ ਕਰਦੇ ਸਨ। ਤੋ ਉਹਦਾ ਸਤਿਗੁਰੂ ਮਹਾਰਾਜ ਨੇ, ਉਹਦਾ ਜੇ ਅੱਜ ਸਿੱਖ ਇਤਿਹਾਸ ਵਿੱਚ ਨਾਂ ਹੈ ਤੇ ਉਸ ਦੀ ਵਿਗੜੀ ਸ਼ਕਲ ਕਰਕੇ ਨਹੀਂ ਹੈ, ਉਸ ਦੇ ਸਵਰੇ ਕਰਮ ਕਰਕੇ। ਮੇਰੇ ਹਜ਼ੂਰ ਨੂੰ ਉਹਦੇ 'ਚ ਕੁਝ ਵੀ ਕੁਥਰਾ ਨਜ਼ਰ ਨਹੀਂ ਆਇਆ, ਸੁਥਰਾ ਹੀ ਨਜ਼ਰ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਇਹ ਬਖਸ਼ਿਸ਼ ਕਰਦੇ ਨੇ, ਆਰੰਭ ਦੇ ਵਾਕ ਵਿੱਚ ਕਹਿੰਦੇ ਨੇ ਵੀ ਕਿਸ ਤਰ੍ਹਾਂ ਮੇਰਾ ਜੀਵਨ ਸੋਹਣਾ ਬਣ ਗਿਆ, ਮੇਰਾ ਕਰਮ, ਮੇਰੀ ਸੁਰਤ, ਮੇਰਾ ਅੰਤਰ ਆਤਮਾ ਕਿਵੇਂ ਆਤਮਕ ਸੁੰਦਰਤਾ ਨਾਲ ਭਰ ਗਿਆ ਹੈ। ਉਹਦੀਆਂ ਕੁਝ ਝਲਕਾਂ ਵਿਖਾ ਰਹੇ ਨੇ। ਕਹਿੰਦੇ, ਅਣ ਮੜਿਆ ਮੰਦਲ ਬਾਜੈ, ਮੰਦਲ ਬੇਣ ਸੇ ਬਾਜਣੋਂ ਘਣੋ ਧੜੀਐ ਜੋਏ ਸ਼ਬਦ ਆਉਂਦਾ। ਮੰਦਲ ਜਾਂ ਮੰਦਲ ਦਾ ਮਤਲਬ ਹੁੰਦਾ ਹੈ ਢੋਲ। ਤੇ ਆਪਾਂ ਵੇਖਦੇ ਢੋਲ ਦੋਵਾਂ ਪਾਸਿਆਂ ਤੋਂ, ਖੋਲ ਜਿਹੜਾ ਹੁੰਦਾ ਹੈ ਦੋਵਾਂ ਪਾਸਿਆਂ ਤੋਂ ਚਮੜੇ ਨਾਲ ਜੜਿਆ ਹੁੰਦਾ, ਤਾਂ ਹੀ ਉਹ ਆਵਾਜ਼ ਦਿੰਦਾ ਹੈ ਨਾ। ਵਿਚਲਾ ਖੋਲ ਜਦੋਂ ਚਮੜੇ ਤੇ ਸੱਟ ਪੈਂਦੀ ਹੈ ਤੇ ਉਹ ਆਵਾਜ਼ ਦਿੰਦਾ ਹੈ।
ਵਿੱਚੋਂ ਖੋਲ ਹੀ ਹੁੰਦਾ। ਅਣਮੜਿਆ ਦਾ ਮਤਲਬ ਹੁੰਦਾ ਹੈ ਜਿਹੜੀ ਚੀਜ਼ ਬਣਤਰ ਵਿੱਚ ਨਹੀਂ। ਇੱਕ ਤੇ ਬਿਲਕੁਲ ਪ੍ਰੋਪਰ ਬਣਿਆ ਹੋਇਆ ਢੋਲ ਹੈ, ਉਹਨੂੰ ਵਜਾਉਂਗੇ ਉਹਦੇ ਚੋਂ ਆਵਾਜ਼ ਆਏਗੀ। ਭਗਤ ਜੀ ਆਖਦੇ ਨੇ ਮੇਰੇ ਅੰਦਰ ਇਸ ਤਰ੍ਹਾਂ ਦੀ ਗੂੰਜ ਪੈ ਰਹੀ ਜਿਵੇਂ ਢੋਲ ਦੇ ਉੱਤੇ ਡੱਗਾ ਲੱਗਦਾ, ਪਰ ਇਹ ਢੋਲ ਕੋਈ ਇਹੋ ਜਿਹਾ ਨਹੀਂ ਜਿਹੜਾ ਮੜਿਆ ਹੋਇਆ ਜਾਂ ਇਸ ਤਰ੍ਹਾਂ ਦਾ ਪ੍ਰੋਪਰ ਕੋਈ ਸਾਜ਼ ਹੋਵੇ। ਇਹ ਅਣਮੜਿਆ ਹੈ, ਭਾਵ ਦਿਖਾਈ ਨਹੀਂ ਦਿੰਦਾ, ਅਦ੍ਰਿਸ਼ ਹੈ, ਗੁਪਤ ਹੈ। ਇਹ ਕੋਈ ਬਾਹਰ ਦਾ ਸਾਜ਼ ਨਹੀਂ। ਤੋ ਸਤਿਗੁਰੂ ਜਦੋਂ ਬਾਣੀ ਕਹਿੰਦੇ ਨਾ ਅਨਹੱਤਾ ਸ਼ਬਦ ਵਾਜੰਤ ਭੇਰੀ, ਭੇਰੀ ਵੈਸੇ ਇੱਕ ਸਾਜ਼ ਹੈ, ਪਰ ਇੱਥੇ ਸਤਿਗੁਰੂ ਭੇਰੀ ਕਿਹਨੂੰ ਕਹਿੰਦੇ ਨੇ? ਅਨਹੱਤਾ ਸ਼ਬਦ ਨੂੰ ਭੇਰੀ ਕਿਹਾ ਹੈ। ਸ਼ਬਦ ਰੂਪ ਨਾ ਨਾਸ਼ ਹੋਣ ਵਾਲੀ ਭੇਰੀ ਸਾਰੀ ਕੁਦਰਤ ਵਿੱਚ ਵੱਜ ਰਹੀ ਹੈ, ਯਾਨੀ ਕਿ ਜੀਵਨ ਹੁਕਮ ਦੀ ਰੌਂ ਸਾਰੀ ਕਾਇਨਾਤ ਵਿੱਚ ਚੱਲ ਰਹੀ। ਲਗਾਤਾਰ ਇਹ ਸੰਗੀਤ ਹੈ, ਇਹਨੂੰ ਸੁਣਨ ਦੀ ਸੋਝੀ ਤੇ ਸੁਰਤ ਚਾਹੀਦੀ ਹੈ ਮਨੁੱਖ ਕੋਲ। ਤੋ ਇੱਥੇ ਬਖਸ਼ਿਸ਼ ਕਰਦੇ ਨੇ। ਹੁਣ ਤੁਸੀਂ ਵੇਖੋ, ਇੱਕ ਬੰਦਾ ਕੋਈ ਤਾਰ ਵਾਲਾ ਛੋਟਾ ਜਿਹਾ ਸਾਜ਼ ਲੈ ਕੇ ਬੈਠਾ ਹੋਵੇ ਤੇ ਇੱਕ ਬੰਦਾ ਆ ਕੇ ਢੋਲ ਵਜਾਉਣਾ ਸ਼ੁਰੂ ਕਰਦਾ, ਕਿਹਦੀ ਆਵਾਜ਼ ਜ਼ਿਆਦਾ ਹੋਏਗੀ? ਢੋਲ ਦੀ ਜ਼ਿਆਦਾ ਹੋਏਗੀ। ਮੰਨ ਲਓ ਇੱਥੇ ਹਾਰਮੋਨੀਅਮ ਵੱਜ ਰਿਹਾ, ਤਬਲਾ ਵੱਜ ਰਿਹਾ, ਗੁਰਦੁਆਰਾ ਸਾਹਿਬ ਵਿੱਚ ਨਗਾਰਾ ਵੀ ਹੈ, ਕੋਈ ਬੰਦਾ ਨਗਾਰੇ ਤੇ ਚੋਟ ਲਾਉਣੀ ਸ਼ੁਰੂ ਕਰਦਾ, ਸਭ ਤੋਂ ਵੱਧ ਆਵਾਜ਼ ਕਿਹਦੀ ਹੋਏਗੀ? ਨਗਾਰੇ ਦੀ ਹੋਏਗੀ। ਇਹਦਾ ਭਾਵ ਹੈ ਬਾਕੀ ਸਾਰੀਆਂ ਆਵਾਜ਼ਾਂ ਉਹਦੀ ਸੁਰ ਥੱਲੇ ਦਬ ਜਾਣਗੀਆਂ, ਉਹਦੀ ਧੁਨੀ ਥੱਲੇ ਮੱਧਮ ਪੈ ਜਾਣਗੀਆਂ, ਕਮਜ਼ੋਰ ਪੈ ਜਾਣਗੀਆਂ। ਭਗਤ ਜੀ ਇਹ ਕਹਿਣਾ ਚਾਹੁੰਦੇ ਹਨ, ਹੁਣ ਮੇਰੇ ਅੰਦਰ ਵਾਸ਼ਨਾਵਾਂ ਦਾ ਰੌਲਾ ਜਿਹੜਾ ਹੈ ਉਹ ਹੁਣ ਗੂੰਜਦਾ ਨਹੀਂ। ਪਰਮੇਸ਼ਰ ਦੇ ਹੁਕਮ ਦੀ ਨਗਾਰੇ ਦੀ ਢੋਲ ਦੀ ਚੋਟ ਸਾਹਮਣੇ ਉਹ ਸਾਰੀਆਂ ਵਾਸ਼ਨਾਵਾਂ ਦੀਆਂ ਸੁਰਾਂ ਮੱਧਮ ਪੈ ਗਈਆਂ। ਉਹਨਾਂ ਦੀ ਹੁਣ ਕੋਈ ਵੁਕਤ ਨਹੀਂ ਰਹੀ, ਉਹਨਾਂ ਦੀ ਹੁਣ ਸਰੋਤ ਵੀ ਨਹੀਂ ਸੁਣਦੀ। ਹੁਣ ਜਾਨੀ ਕਿ ਹੁਕਮ ਦਾ ਅੰਦਰ ਢੋਲ ਵੱਜ ਰਿਹਾ ਹੈ ਤੇ ਜਿਹੜੀਆਂ ਵਾਸ਼ਨਾਵਾਂ ਦੀਆਂ ਸੁਰਾਂ ਅੰਦਰ ਉੱਠਦੀਆਂ ਸਨ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਸਨ ਕੰਨੀ ਬੁੱਝੇ ਦੇ ਰਹਾ ਕੀਤੀ ਵਗੈ ਪਾਉਣ, ਉਹ ਤਾਂ ਕਹਿੰਦੇ ਸਨ ਮੈਂ ਕੰਨ ਹੀ ਮੂੰਦ ਲਏ ਨੇ, ਹੁਣ ਜੋ ਮਰਜ਼ੀ ਅੰਦਰ ਸ਼ੋਰ ਚੱਲਦਾ ਰਹੇ ਮੈਂ ਨਹੀਂ ਸੁਣਦਾ, ਮੰਨਦੀਆਂ ਮੈਂ ਨਹੀਂ ਹੁਣ ਮੰਨਦਾ। ਤੇ ਭਗਤ ਜੀ ਕਹਿੰਦੇ ਹੁਣ ਮੈਨੂੰ ਤਾਂ ਸ਼ੋਰ ਸੁਣਦਾ ਹੀ ਨਹੀਂ। ਅਣਮੜਿਆ ਮੰਦਲ ਬਾਜੈ ਬਿਨ ਸਾਵਣ ਘਨਹਰ ਗਾਜੈ। ਕਹਿੰਦੇ ਨੇ ਮੀਂਹ ਦੀ ਵੀ ਇੱਕ ਰੁੱਤ ਹੁੰਦੀ ਹੈ, ਲਗਾਤਾਰ ਝੜੀ ਵਾਲਾ ਜਿਹੜਾ ਮੀਂਹ ਹੈ ਉਹ ਸਾਡੇ ਧਰਤੀ ਦੇ ਸਾਡੇ ਹਿੱਸੇ ਵਿੱਚ ਉਹਨੂੰ ਕਿਹਾ ਜਾਂਦਾ ਸਾਉਣ ਦੀਆਂ ਝੜੀਆਂ ਲੱਗਦੀਆਂ। ਸਾਵਣ ਆਇਆ ਹੈ ਸਖੀ ਜਲਹਰ ਬਰਸਨਹਾਰ, ਉਦਾਹਰਣ ਮਹਾਰਾਜ ਨੇ ਬਾਣੀ 'ਚ ਦਿੱਤੀ ਹੈ। ਲਗਾਤਾਰ ਰੋਕ ਰੋਕ ਕੇ ਮੀਂਹ ਪਈ ਜਾਣਾ, ਕਿਣ ਮਿਣ ਹੋਈ ਜਾਣੀ, 1 ਦਿਨ 2 ਦਿਨ 4 8 10 ਦਿਨ ਵੀ ਝੜੀ ਲੱਗ ਜਾਣੀ, ਸਾਰਾ ਉਹ ਰੋਤੀ ਬਰਸ ਰੁੱਤ ਉਹਨੂੰ ਕਿਹਾ ਬਾਣੀ 'ਚ। ਤੋ ਇੱਥੇ ਸਤਿਗੁਰੂ ਨੇ ਫਰਮਾਇਆ, ਕਹਿੰਦੇ ਨੇ ਮੇਰੇ ਅੰਦਰ ਬੇਰੁੱਤਾ ਹੀ ਮੀਂਹ ਪੈ ਰਿਹਾ। ਧਨਹਰ ਦਾ ਮਤਲਬ ਹੁੰਦਾ ਹੈ ਬੱਦਲ ਆਉਣਾ। ਕਹਿੰਦੇ ਨੇ ਮੇਰੇ ਅੰਦਰ ਜਿਹੜਾ ਬੱਦਲ ਹੈ ਬਖਸ਼ਿਸ਼ ਦਾ, ਮਿਹਰ ਦਾ ਜਿਹੜਾ ਬੱਦਲ ਹੈ ਉਹ ਕਿਸੇ ਖਾਸ ਰੁੱਤ ਜਾਂ ਖਾਸ ਸਮੇਂ ਦਾ ਬੱਝਿਆ ਹੋਇਆ ਨਹੀਂ। ਮੇਰੇ ਉੱਤੇ ਬਖਸ਼ਿਸ਼ ਹੁਣ ਸਦੀਵ ਕਾਲੀ ਹੋ ਰਹੀ ਹੈ, ਬੇਰੁੱਤੀ ਹੋ ਰਹੀ, ਰੁੱਤਾਂ ਤੋਂ ਵੀ ਬਾਹਰ, ਖਾਸ ਮੌਸਮ ਤੋਂ ਵੀ ਬਾਹਰ, ਖਾਸ ਸਮੇਂ ਤੋਂ ਵੀ ਬਾਹਰ। ਫਿਰ ਕਹਿੰਦੇ ਨੇ ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੈ ਕੋਈ। ਬਿਨਾਂ ਬੱਦਲ ਤੋਂ ਵਰਖਾ ਹੋ ਰਹੀ, ਜਾਨੀ ਕਿ ਬਿਨਾਂ ਕਾਰਨ, ਬਿਨਾਂ ਬਾਹਰ ਦੇ ਕਿਸੇ ਸਾਧਨ ਤੋਂ। ਬੱਦਲ ਹੋਏਗਾ ਤੇ ਮੀਂਹ ਪਏਗਾ ਨਾ, ਨੈਚੁਰਲ ਲਾਅ ਇਹੀ ਹੈ, ਕੁਦਰਤ ਦੀ ਪ੍ਰਕਿਰਿਆ ਇਹੀ ਹੈ, ਬੱਦਲ ਆਏਗਾ ਮੀਂਹ ਪਏਗਾ। ਪਰ ਇੱਥੇ ਭਗਤ ਜੀ ਆਖਦੇ ਨੇ ਹੁਣ ਬੱਦਲ ਨਹੀਂ ਹੈ ਪਰ ਮੀਂਹ ਪੈ ਰਿਹਾ, ਬਾਦਲ ਬਿਨ ਵਰਖਾ ਹੋਈ। ਇੱਥੇ ਭਗਤ ਜੀ ਦੱਸ ਰਹੇ ਨੇ ਵੀ ਕਿਸੇ ਕਰਮ ਕਾਂਡ ਦੀ ਬਾਹਰ ਦੇ ਸਾਧਨ ਦੀ ਹੁਣ ਲੋੜ ਨਹੀਂ ਰਹੀ, ਉਹਦੀ ਨਾਮ ਦੀ ਵਰਖਾ ਲਗਾਤਾਰ ਮੇਰੇ ਅੰਦਰ ਸਹਿਜ ਭਾਵ ਵਿੱਚ ਹੋਈ ਜਾ ਰਹੀ ਹੈ, ਹੋਈ ਜਾ ਰਹੀ। ਮੇਰੀ ਇਬਾਦਤ ਜਿਹੜੀ ਹੁਣ ਬਾਹਰ ਦੇ ਕਰਮ ਕਾਂਡਾਂ ਦੀ ਗੁਲਾਮ ਨਹੀਂ ਰਹੀ। ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੈ ਕੋਈ। ਇਹ ਹਰ ਇੱਕ ਦੇ ਅੰਦਰ ਹੋ ਸਕਦੀ ਹੈ, ਜੋ ਜੇ ਕਰ ਤਤ ਵਿਚਾਰੈ।
ਨਿਚੋੜ ਦੀ, ਸੱਚ ਦੀ, ਅਸਲੀਅਤ ਦੀ ਗੱਲ ਕੋਈ ਸਮਝ ਲਵੇ ਨਾ, ਜੀਵਨ ਦਾ ਅਸਲ ਸੱਚ ਪਾ ਲਵੇ ਕੋਈ, ਉਹਦੇ ਅੰਦਰ ਵੀ ਇਸ ਤਰ੍ਹਾਂ ਦੀ ਬਖਸ਼ਿਸ਼ ਹੋਏਗੀ। ਫਿਰ ਅੱਗੇ ਜਾ ਕੇ ਫਰਮਾਉਂਦੇ ਹਨ, ਮਿਲ ਪਾਰਸ ਕੰਚਨ ਹੋਇਆ। ਗੁਰਬਾਣੀ ਵਿੱਚ ਵੀ ਉਦਾਹਰਣ ਹੈ, ਭਾਰਤੀ ਜਿਹੜਾ ਸੰਸਕ੍ਰਿਤੀ ਹੈ, ਸੱਭਿਆਚਾਰ ਹੈ, ਉਹਦੇ ਸਾਹਿਤ ਵਿੱਚ ਵੀ ਇਹਦੀ ਬੜੀ ਉਦਾਹਰਣ। ਕਹਿੰਦੇ ਨੇ ਇੱਕ ਪਾਰਸ, ਇੱਕ ਖਾਸ ਪੱਥਰ ਹੁੰਦਾ ਹੈ, ਉਹ 8 ਧਾਤਾਂ ਨੂੰ, 8 ਕਿਸਮ ਦੀਆਂ ਧਾਤੂਆਂ ਨੂੰ ਜੇ ਉਹਨੂੰ ਛੁਹਾ ਦਿੱਤਾ ਜਾਏ ਤਾਂ ਉਹਨੂੰ ਸੋਨੇ 'ਚ ਕਨਵਰਟ ਕਰ ਦੇਣ, ਬਦਲ ਦੇ। ਇੱਥੇ ਭਗਤ ਜੀ ਆਖਦੇ ਨੇ, ਮਿਲ ਪਾਰਸ ਕੰਚਨ ਹੋਇਆ। ਜਿਵੇਂ ਲੋਹਾ ਸੋਨੇ ਨਾਲ, ਪਾਰਸ ਨਾਲ ਛੂਹ ਕੇ ਸੋਨਾ ਹੋ ਜਾਂਦਾ ਹੈ, ਇਵੇਂ ਮੇਰਾ ਅੰਤਰਾਤਮਾ ਪਰਮੇਸ਼ਰ ਦੇ ਨਾਮ ਨਾਲ ਛੂਹ ਕੇ ਕੰਚਨ ਹੋ ਗਿਆ, ਕੀਮਤੀ ਹੋ ਗਿਆ, ਉਜਲਾ ਤੇ ਚਮਕਦਾਰ ਹੋ ਗਿਆ। ਫਿਰ ਆਖਦੇ ਨੇ, ਮੁਖ ਮਨਸਾ ਰਤਨ ਪਰੋਇਆ। ਰਤਨ ਦਾ ਮਤਲਬ ਹੈ ਕੀਮਤੀ ਹੀਰੇ ਜਵਾਹਰਾਤ, ਨਗੀਨੇ। ਮੁਖ ਦਾ ਮਤਲਬ ਹੈ ਮੇਰਾ ਮੁਖ, ਮੁਖ ਤੋਂ ਆਪਾਂ ਬੋਲਦੇ ਹਾਂ, ਮੇਰੀ ਬੋਲ ਬਾਣੀ। ਮਨਸਾ ਦਾ ਮਤਲਬ ਹੈ ਮੇਰੇ ਮਨ ਦੀਆਂ, ਮਨ ਦੇ ਸੰਕਲਪ, ਫੁਰਨੇ ਜਿਹੜੇ ਨੇ ਮੇਰੇ ਮਨ ਅੰਦਰ ਉੱਠਦੇ ਨੇ। ਕਹਿੰਦੇ ਮੇਰੇ ਮਨ ਦੇ ਫੁਰਨੇ ਤੇ ਮੇਰੀ ਜ਼ੁਬਾਨ ਦੇ ਬੋਲ ਕੀਮਤੀ ਰਤਨਾਂ ਨਾਲ ਪਰੋਏ ਗਏ, ਬੇਸ਼ਕੀਮਤੀ ਹੋ ਗਏ। ਮੇਰੇ ਮਨ ਵਿੱਚ ਜਿਹੜੇ ਫੁਰਨੇ ਆਉਂਦੇ ਨੇ ਉਹ ਵੀ ਬੜੇ ਕੀਮਤੀ ਨੇ। ਮੈਲੇ, ਮਲੀਨ, ਕੁਚੀਲੇ, ਭੈੜੇ ਖਿਆਲ ਅੰਦਰ ਨਹੀਂ ਆਉਂਦੇ। ਬੜੇ ਚੜ੍ਹਦੀ ਕਲਾ ਵਾਲੇ ਤੇ ਪਵਿੱਤਰ ਖਿਆਲ ਮੇਰੇ ਮਨ 'ਚ ਆਉਂਦੇ ਨੇ, ਕੀਮਤੀ ਰਤਨਾਂ ਵਰਗੇ। ਤੇ ਮੇਰੀ ਜ਼ਬਾਨ ਤੇ ਕਦੇ ਕਿਸੇ ਲਈ ਮਾੜਾ ਬੋਲ ਨਹੀਂ ਆਉਂਦਾ, ਨਾ ਨਿੰਦਾ, ਨਾ ਚੁਗਲੀ, ਨਾ ਬੁਰਾ ਬੋਲ, ਨਾ ਕਿਸੇ ਦਾ ਜੀਵਨ ਕੁਰਾਏ ਪਾਉਣ ਵਾਲੀ ਕੋਈ ਗੱਲ। ਸਦਾ ਸੱਚਾ, ਸਪਸ਼ਟ, ਸਾਦਾ, ਮਿੱਠਾ ਤੇ ਪਿਆਰਾ, ਖਰਾ ਬੋਲ ਮੇਰੀ ਰਸਨਾ। ਤੇ ਸਮਝੋ ਜਿਵੇਂ ਰਤਨ ਘਿਰ ਰਹੇ ਹੋਣ ਮੁਖ ਤੋਂ। ਮੁਖ ਮਨਸਾ ਰਤਨ ਪਰੋਇਆ। ਫਿਰ ਆਖਦੇ, ਨਿਜ ਭਾਉ ਭਇਆ। ਨਿਜ ਵਿੱਚ, ਮੇਰੇ ਅੰਤਰਾਤਮੇ ਦੇ ਵਿੱਚ ਪ੍ਰੇਮ ਪੈਦਾ ਹੋ ਗਿਆ। ਸਾਰੀ ਖਲਕਤ ਲਈ, ਪਰਮੇਸ਼ਰ ਲਈ ਪ੍ਰੇਮ ਹੀ ਪ੍ਰੇਮ ਹੈ। ਭ੍ਰਮ ਭਾਗਾ, ਮੇਰੇ ਅੰਦਰ ਦੇ ਭਰਮ, ਭ੍ਰਾਂਤੀਆਂ, ਸ਼ੰਕੇ, ਸੰਦੇਹ ਸਭ ਬਿਨਸ ਗਏ। ਮੈਂ ਹੁਣ ਸ਼ੰਕਿਆਂ 'ਚ ਨਹੀਂ ਜੀਂਦਾ, ਸੰਸਿਆਂ ਵਿੱਚ ਨਹੀਂ ਜੀਂਦਾ, ਭ੍ਰਾਂਤੀਆਂ ਵਿੱਚ ਨਹੀਂ ਜੀਂਦਾ, ਭੁਲੇਖਿਆਂ ਵਿੱਚ ਨਹੀਂ ਜੀਂਦਾ। ਫਿਰ ਆਖਦੇ ਨੇ, ਗੁਰ ਪੁੱਛੇ ਮਨ ਪਤਿਆਗਾ। ਆਖਦੇ ਨੇ ਗੁਰੂ ਨੂੰ ਪੁੱਛ ਕੇ, ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ, ਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਗੁਰੂ ਦੇ ਉਪਦੇਸ਼ ਪਤਿਆਗਾ, ਪਤੀਜ ਗਿਆ ਹੈ। ਮਨ ਦਾ ਮੰਨ ਜਾਣਾ। ਮਨ ਜਦੋਂ ਗੁਰੂ ਉਪਦੇਸ਼ ਨੂੰ ਚੰਗਾ ਸਮਝ ਕੇ ਐਕਸੈਪਟ ਕਰ ਲਵੇ, ਇਹਨੂੰ ਕਹਿੰਦੇ ਨੇ ਮਨ ਪਤੀਜ ਗਿਆ, ਮਨ ਮਾਨਿਆ। ਕਹੋ ਕਬੀਰ, ਮਨ ਮਾਨਿਆ। ਅੱਗੇ ਫਰਮਾਉਂਦੇ ਨੇ, ਜਲ ਭੀਤਰ ਕੁੰਭ ਸਮਾਨਿਆ। ਹੁਣ ਮੈਂ ਪਰਮ ਸੱਚ ਵਿੱਚ ਅੰਦਰੋਂ ਵਲੀਨ ਹਾਂ। ਮੈਂ ਸਮਝਦਾ ਮੇਰੇ ਹੀ ਤੇ ਉਹਦੇ 'ਚ ਕੋਈ ਫਰਕ ਨਹੀਂ। ਸੇਮ ਉਹੀ ਬਚਨ ਜਿਹੜਾ ਭਗਤ ਰਵਿਦਾਸ ਜੀ ਮਹਾਰਾਜ ਨੇ ਕਿਹਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਕਹਿੰਦੇ ਜਿਵੇਂ ਕੁੰਭ ਦਾ ਪਾਣੀ ਬਾਹਰ ਦੇ ਪਾਣੀ 'ਚ ਡੋਲ ਦਈਏ। ਮੰਨ ਲਓ ਪਾਣੀ ਦਾ ਘੜਾ ਜਿਹੜਾ ਉਹਨੂੰ ਤੁਸੀਂ ਸਰੋਵਰ ਦੇ ਪਾਣੀ 'ਚ ਉਲਟਾ ਦਿਓ, ਨਦੀ ਦੇ ਪਾਣੀ ਵਿੱਚ ਉਲਟਾ ਕੇ ਡੋਲ ਦਿਓ, ਦੋਵੇਂ ਪਾਣੀ ਇੱਕੋ ਜਿਹੇ ਹੋ ਜਾਣਗੇ ਨਾ, ਵਖਰੇਵਾ ਨਹੀਂ ਰਹੇਗਾ। ਘੜੇ ਦਾ ਪਾਣੀ ਬਾਹਰ ਦੇ ਪਾਣੀ ਨਾਲ ਰਲ ਜਾਏ। ਇਸੇ ਤਰ੍ਹਾਂ ਅਸੀਂ ਸਾਡਾ ਅੰਤਰ ਜਿਹੜਾ ਹੈ, ਸਾਡੇ ਅੰਦਰ ਦੇ ਖਿਆਲ ਜਿਹੜੇ ਨੇ, ਉਹ ਤੰਗ ਦਿਲੀਆਂ ਚੋਂ ਨਿਕਲ ਕੇ ਵਿਸ਼ਾਲ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ। ਅੰਦਰ ਦੀ ਤੰਗ ਦਿਲੀ ਮਿਟ ਜਾਂਦੀ, ਅੰਦਰ ਦੇ ਦਾਇਰੇ ਟੁੱਟ ਜਾਂਦੇ ਨੇ। ਜਲ ਭੀਤਰ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ। ਸਭਨਾਂ ਦੇ ਵਿੱਚ, ਹਰ ਥਾਂ ਦੇ ਉੱਤੇ ਕੇਵਲ ਇੱਕੋ ਸਰਵ ਵਿਆਪਕ ਪਰਮੇਸ਼ਰ ਨੂੰ ਹੀ ਮੈਂ ਜਾਣ ਲਿਆ ਹੈ ਕਿ ਉਹੀ, ਉਸ ਤੋਂ ਬਿਨਾਂ ਕੋਈ ਦੂਜਾ ਨਹੀਂ, ਕੋਈ ਹੋਰ ਹੈ ਹੀ ਨਹੀਂ। ਹਉਮੈ ਦਾ ਦਾਇਰਾ ਹੀ ਟੁੱਟ ਗਿਆ, ਹਉਮੈ ਦੀ ਬੰਦਸ਼ ਹੀ ਟੁੱਟ ਗਈ। ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੈ ਤਤ ਪਛਾਨਿਆ। ਗੁਰੂ ਦੇ ਸ਼ਬਦ ਨਾਲ ਮੇਰਾ ਸੇਵਕ ਦਾ ਮਨ ਮੰਨ ਗਿਆ, ਪਤੀਜ ਗਿਆ, ਜੁੜ ਗਿਆ ਹੈ। ਜਨ ਨਾਮੈ, ਦਾਸ ਨਾਮਦੇਵ ਨੇ ਤਤ ਦਾ ਭਾਵ ਹੈ ਅਸਲੀਅਤ, ਸੱਚ, ਨਿਚੋੜ ਦੀ ਬਾਤ। ਉਹ ਪਰਮੇਸ਼ਰ ਸਰਵ ਵਿਆਪੀ ਹੈ,
ਉਹਦੇ ਗੁਣਾਂ ਤੇ ਨਾਮ ਨੂੰ ਮੈਂ ਹਰ ਜਗ੍ਹਾ ਤੇ ਪਸਰਿਆ ਵੇਖਦਾ ਹਾਂ। ਸਾਰੀ ਉਹਦੀ ਰਚਨਾ ਹੈ। ਅੰਦਰ ਦੇ ਭਰਮ ਭ੍ਰਾਂਤੀਆਂ, ਵਾਸ਼ਨਾਵਾਂ ਦਾ ਸ਼ੋਰ, ਸਭ ਕੁਝ ਹਉਮੈ, ਹੰਕਾਰ, ਸਵਾਰਥ ਬਿਨਸ ਗਿਆ ਹੈ। ਇਹ ਅਸਲੀਅਤ ਹੈ ਮੇਰੇ ਜੀਵਨ ਦੀ, ਜਿਸ ਨੂੰ ਮੈਂ ਪਛਾਣ ਲਿਆ, ਜਿਸ ਨੂੰ ਮੈਂ ਜਾਣ ਲਿਆ ਹੈ। ਗਰੀਬ ਨਵਾਜ ਬਖਸ਼ਿਸ਼ ਕਰਨ। ਅਗਲੇਰੀ ਬਾਣੀ ਦੀ ਵਿਚਾਰ ਅਗਲੇ ਦੀਵਾਨਾਂ ਵਿੱਚ ਕਰਨ ਦਾ ਯਤਨ ਕਰਾਂਗੇ। ਪਾਤਸ਼ਾਹ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।